जी बिस्मिल्लाहिर्रहमानिर्रहीम अस्सलाम वालेकुम सारे वेखਣ ਤੇ ਸੁਣਨ ਵਾਲੇ ਭਰਾਵਾਂ ਨੂੰ ਉਮੀਦ ਕਰਨਾ ਮੇਰੇ ਸਾਰੇ ਦੋਸਤ ਅਬਾਬ ਠੀਕ ਹੋਣਗੇ। ਤੁਸੀਂ ਵੇਖ ਰਹੇ ਹੋ YouTube ਚੈਨਲ ਸੰਧੂ ਗੋਟ ਫਾਰਮ। ਅੱਜ ਦੀ ਜਿਹੜੀ ਸਾਡੀ ਵੀਡੀਓ ਬਹੁਤ ਹੀ ਜ਼ਰੂਰੀ ਹੈ। ਇਹ ਉਹਨਾਂ ਦੋਸਤਾਂ ਵਾਸਤੇ ਵੇ ਜਿਹੜੇ ਮੈਨੂੰ WhatsApp ਤੇ ਕਾਲਾਂ ਕਰਕੇ ਪੁੱਛਦੇ ਨੇ ਕਿ ਅਕੀਲ ਭਾਈ ਕਿਆ ਅਸੀਂ ਗੋਟ ਫਾਰਮਿੰਗ ਕਰ ਸਕਨੇ ਆ। ਤੇ ਅਕਸਰ ਦੋਸਤਾਂ ਦਾ ਸਵਾਲ ਇਹੀ ਹੁੰਦਾ ਹੈ ਕਿ ਅਸੀਂ ਗੋਟ ਫਾਰਮਿੰਗ ਕਰ ਸਕਨੇ ਆ, ਅਗਰ ਕਰੀਏ ਤੇ ਕਿਸ ਤਰ੍ਹਾਂ ਦੀ ਕਰੀਏ ਤੇ ਕਿਸ ਤਰ੍ਹਾਂ ਦਾ ਨਿਜ਼ਾਮ ਚਲਾਈਏ, ਕਿਆ ਅਸੀਂ ਇਹਨੂੰ ਅਸੀਂ ਕਾਰੋਬਾਰ ਲੈ ਕੇ ਚੱਲ ਸਕਨੇ ਆ। ਵੀਡੀਓ ਬਣਾਉਣੀ ਬਹੁਤ ਜ਼ਰੂਰੀ ਸੀ ਕਿਉਂਕਿ ਅਗਰ ਮੈਨੂੰ 100% ਲੋਕ ਕਾਲ ਕਰਦੇ ਨੇ ਦੇ ਵਿੱਚੋਂ 80% ਦੋਸਤਾਂ ਦਾ ਸਵਾਲ ਇਹੀ ਹੁੰਦਾ ਸੀ। ਇਹਦੇ ਲਈ ਮੈਂ ਤਕਰੀਬਨ ਗੋਟ ਫਾਰਮਿੰਗ ਦੇ ਵਿੱਚ ਤੁਹਾਨੂੰ ਮੇਨ 8 ਐਸੀਆਂ ਚੀਜ਼ਾਂ ਦੱਸਾਂਗਾ ਜਿਨ੍ਹਾਂ ਨੂੰ ਤੁਸੀਂ ਅਗਰ ਗੋਟ ਫਾਰਮਿੰਗ ਦੇ ਨਾਲ ਅਟੈਚ ਕਰੋਗੇ ਤਾਂ ਤੁਹਾਨੂੰ ਫਾਇਦਾ ਹੋਏਗਾ, ਨਾ ਕਰੋਗੇ ਤਾਂ ਨੁਕਸਾਨ ਕੀ ਹੋਏਗਾ। ਠੀਕ ਹੈ, ਮਤਲਬ ਕਿ ਤੁਹਾਨੂੰ ਦੋਨਾਂ ਉਹ ਮੇਨ ਪੁਆਇੰਟ ਤੁਹਾਨੂੰ ਦੱਸ ਦਿੰਦੇ ਆ ਗੋਟ ਫਾਰਮਿੰਗ ਦੇ, ਜਿਹਦੇ ਨਾਲ ਤੁਹਾਨੂੰ ਫਾਇਦਾ ਅਤੇ ਨੁਕਸਾਨ ਹੋ ਸਕਦਾ। ਸਭ ਤੋਂ ਪਹਿਲਾ ਸਵਾਲ ਆ ਜਾਂਦਾ ਹੈ ਜੀ, ਅਕਸਰ ਬੰਦੇ ਕਹਿੰਦੇ ਨੇ ਵੀਡੀਓ ਦੇ ਵਿੱਚ YouTube ਦੇ ਉੱਪਰ ਆ ਕੇ ਅਕਸਰ ਗੱਲ ਕੀਤੀ ਜਾਂਦੀ ਹੈ ਜੀ ਗੋਟ ਫਾਰਮਿੰਗ ਅਗਰ ਕਰਨੀ ਹੈ, ਪੈਸਾ ਕਮਾਉਣਾ ਤਾਂ ਗੋਟ ਫਾਰਮਿੰਗ ਤੁਸੀਂ ਕਰ ਲਓ ਗਾਉਂ ਦੇ ਵਿੱਚ। ਓਕੇ ਜੀ, ਮੈਂ ਇਸ ਗੱਲ ਨੂੰ ਐਕਸੈਪਟ ਕਰਨਾ ਵਾਂ ਕਿ ਸ਼ਹਿਰਾਂ ਦੀ ਬਨਿਸਬਤ ਗਾਉਂ ਦੇ ਵਿੱਚ ਅਗਰ ਤੁਸੀਂ ਗੋਟ ਫਾਰਮਿੰਗ ਕਰਦੇ ਹੋ ਤਾਂ ਇਹਦੇ ਵਿੱਚ ਤੁਹਾਨੂੰ ਫਾਇਦਾ ਹਾਸਲ ਹੈ ਵੇ। ਲੇਕਿਨ ਸਵਾਲ ਇਹ ਪੈਦਾ ਹੁੰਦਾ ਹੈ ਕਿ ਗਾਉਂ ਦੇ ਵਿੱਚ ਤੁਹਾਨੂੰ ਗੋਟ ਫਾਰਮਿੰਗ 'ਚ ਫਾਇਦਾ ਕਿਸ ਤਰ੍ਹਾਂ ਹੈ। ਗਾਉਂ ਦੇ ਵਿੱਚ ਵੀ ਅਗਰ ਤੁਸੀਂ ਗੋਟ ਫਾਰਮਿੰਗ ਆਪਣੀ ਰੂਟੀਨ ਦੇ ਮੁਤਾਬਿਕ ਨਹੀਂ ਕਰੋਗੇ, ਆਪਣੇ ਇੱਕ ਮਿਆਰ ਦੇ ਮੁਤਾਬਿਕ ਨਹੀਂ ਕਰੋਗੇ ਤਾਂ ਤੁਹਾਨੂੰ ਫਾਇਦਾ ਨਹੀਂ ਹੋ ਸਕਦਾ। ਉਹ ਮਿਆਰ ਦੇ ਮੁਤਾਬਿਕ ਕਿਸ ਤਰ੍ਹਾਂ ਹੈ, ਅਗਰ ਤੁਸੀਂ ਗੋਟ ਫਾਰਮਿੰਗ ਕਰਨੀ ਹੈ ਫਿਰ ਤੁਹਾਡੇ 'ਤੇ ਇਹ ਡਿਪੈਂਡ ਨਹੀਂ ਕਰਦਾ ਕਿ ਤੁਸੀਂ ਨਸਲੀ ਜਾਨਵਰ ਰੱਖ ਰਹੇ ਹੋ ਜਾਂ ਗੈਰ ਨਸਲੀ ਜਾਨਵਰ ਰੱਖ ਰਹੇ ਹੋ। ਜਿਸ ਤਰ੍ਹਾਂ ਦੇ ਜਾਨਵਰ ਤੁਹਾਨੂੰ ਮੇਰੇ ਵੀਡੀਓ 'ਚ ਨਜ਼ਰ ਆ ਰਹੇ ਨੇ, ਫਿਰ ਜ਼ਰੂਰੀ ਨਹੀਂ ਕਿ ਤੁਸੀਂ ਇਸ ਤਰ੍ਹਾਂ ਦੇ ਜਾਨਵਰ ਰੱਖੋ। ਠੀਕ ਹੈ, ਉਹਦੇ ਲਈ ਤੁਹਾਡੀ ਸਿਰਫ ਮਾਰਕੀਟ ਵੈਲਿਊ ਅੱਛੀ ਹੋਣੀ ਚਾਹੀਦੀ ਹੈ। ਤੁਹਾਡੀ ਬੱਕਰੀਆਂ ਦਾ ਜਿਹੜੀ ਵਧਾਓ ਹੈ, ਵਧਾਵਾ ਜਿਹੜਾ ਹੈ ਉਹ ਹੋਣਾ ਚਾਹੀਦਾ। ਅਗਰ ਤੁਸੀਂ ਗਾਉਂ ਦੇ ਵਿੱਚ 4-4 ਲੱਖ ਵਾਲੀ, 5-5 ਲੱਖ ਵਾਲੀ, 3-3 ਲੱਖ ਵਾਲੀ, 2-2 ਲੱਖ ਵਾਲੀ, 6-6 ਲੱਖ ਵਾਲੀ ਬੱਕਰੀ ਲੈ ਕੇ ਤੇ 70 ਬੱਕਰੀਆਂ ਬਣਾ ਲੈਂਦੇ ਹੋ ਤੇ ਤੁਸੀਂ ਆਪਣਾ ਉਹਨਾਂ ਬੱਕਰੀਆਂ ਦੀ ਜ਼ਰਬ ਦੇ ਕੇ ਵੇਖ ਲਓ ਕਿ ਤੁਸੀਂ ਕਿੰਨੇ ਦੀਆਂ ਬੱਕਰੀਆਂ ਇਕੱਠੀਆਂ ਕਰ ਲਈਆਂ ਨੇ ਤੇ ਬਾਅਦ ਵਿੱਚੋਂ ਤੁਸੀਂ ਕਿੰਨੇ ਪੈਸੇ ਇਕੱਠੇ ਕਰ ਲੈਣੇ ਨੇ। ਠੀਕ ਹੈ, ਤੇ ਕਿੰਨੇ ਪੈਸੇ ਤੁਸੀਂ ਗਾਉਂ ਦੇ ਵਿੱਚ ਇਨਵੈਸਟ ਕਰ ਦਿਓ ਕਿ ਪੂਰੇ ਕਿੱਦਣ ਹੋਣਗੇ। ਗਾਉਂ ਦੇ ਵਿੱਚ ਵੀ ਅਗਰ ਤੁਸੀਂ ਗੋਟ ਫਾਰਮਿੰਗ ਕਰਨੀ ਹੈ ਤਾਂ ਤੁਸੀਂ ਉਹਨਾਂ ਦੋਗਲੀਆਂ ਨਸਲਾਂ 'ਤੇ ਕਰੋ ਜਿਨ੍ਹਾਂ ਦੀ ਮਾਰਕੀਟ ਦੇ ਵਿੱਚ ਡਿਮਾਂਡ ਹੈ, ਜਿਹਨੂੰ ਤੁਸੀਂ ਕਸਾਈ ਨੂੰ ਵੀ ਦਿਓ ਤਾਂ ਤੁਹਾਨੂੰ ਘਾਟਾ ਨਾ ਪਵੇ, ਜਿਹਨੂੰ ਤੁਸੀਂ ਮੰਡੀ ਵੀ ਲੈ ਕੇ ਜਾਓ ਤਾਂ ਤੁਹਾਨੂੰ ਘਾਟਾ ਨਾ ਪਵੇ। ਗੋਟ ਫਾਰਮਿੰਗ ਗਾਉਂ ਦੇ ਵਿੱਚ ਕਰੋਗੇ ਅਤੇ ਇੱਥੋਂ ਸਟਾਰਟ ਕਰੋਗੇ ਤਾਂ ਤੁਹਾਨੂੰ ਫਾਇਦਾ ਮਿਲੇਗਾ। ਜੇ ਅਗਰ ਤੁਸੀਂ 5-5 ਲੱਖ ਵਾਲੀਆਂ ਬੱਕਰੀਆਂ ਤੋਂ ਸਟਾਰਟ ਕਰੋਗੇ ਤਾਂ ਤੁਹਾਨੂੰ ਗਾਉਂ ਦੇ ਵਿੱਚ ਵੀ ਘਾਟਾ ਹੀ ਪਏਗਾ। ਦੂਸਰੇ ਨੰਬਰ 'ਤੇ ਨੁਕਸਾਨ ਜਿਹੜਾ ਜੀ ਕਿਤਨੇ ਸ਼ੁਰੂ ਹੋ ਜਾਂਦਾ। ਨੁਕਸਾਨ ਬੰਦੇ ਨੂੰ ਗੋਟ ਫਾਰਮਿੰਗ 'ਚ ਉਦੋਂ ਸ਼ੁਰੂ ਹੁੰਦਾ ਹੈ ਜਦੋਂ ਬੰਦਾ ਨਾਰਮਲ ਬੱਕਰੀ ਤੋਂ ਚਰਦਾ। ਮੈਂ ਤੁਹਾਨੂੰ ਇਹ ਗੱਲ ਕਰਨਾ ਪਿਆ ਵਾਂ ਗੋਟ ਫਾਰਮਿੰਗ ਕਾਰੋਬਾਰ ਦੇ ਲਿਹਾਜ਼ ਦੇ ਨਾਲ, ਲਿਹਾਜ਼ਾ ਮੈਂ ਕਾਰੋਬਾਰੀ ਲਿਹਾਜ਼ ਦੇ ਨਾਲ ਗੱਲਾਂ ਕਰਾਂਗਾ। ਮੇਰੇ ਜਿਹੜੇ ਜਾਨਵਰ ਤੁਹਾਨੂੰ ਵੀਡੀਓ ਦੇ ਵਿੱਚ ਨਜ਼ਰ ਆ ਰਹੇ ਨੇ ਮੈਂ ਕਾਰੋਬਾਰੀ ਲਿਹਾਜ਼ ਨਾਲ ਨਹੀਂ ਰੱਖੇ, ਮੈਂ ਆਪਣੇ ਸ਼ੌਕ ਲਈ ਰੱਖੇ ਨੇ। ਸ਼ੌਕ ਲਈ ਤੁਸੀਂ ਭਾਵੇਂ 20 ਲੱਖ ਦਾ ਵੀ ਲੈ ਲਓ, ਉਹ ਤੁਹਾਡਾ ਸ਼ੌਕ ਹੈ। ਜੇ ਤੁਸੀਂ ਬਿਜ਼ਨਸ 'ਚ ਆਉਣਾ ਚਾਹੁੰਦੇ ਹੋ ਤਾਂ ਫਿਰ ਤੁਹਾਡਾ ਇੱਕ ਤੁਸੀਂ ਆਪਣੀ ਮਾਰਕੀਟ ਵੈਲਿਊ ਵੇਖਣੀ ਹੈ, ਤੁਸੀਂ ਮੰਡੀ ਦੀ ਵੈਲਿਊ ਵੇਖਣੀ ਹੈ, ਤੁਸੀਂ ਇਹ ਵੇਖਣਾ ਹੈ ਕਿ ਗਾਹਕ ਕਿੰਨੇ ਪਰਸੈਂਟ ਹੈ, ਗਾਹਕ ਕਿਹੜੀ ਚੀਜ਼ ਨੂੰ ਤੁਹਾਡਾ ਅਟਰੈਕਟ ਕਰਦਾ ਹੈ। ਠੀਕ ਹੈ, ਅਗਰ ਤੁਸੀਂ ਖਰੀਦਦਾਰੀ ਹੀ ਮਹਿੰਗੀ ਕਰ ਲਓਗੇ ਤਾਂ ਉੱਥੇ ਤੁਹਾਨੂੰ ਨੁਕਸਾਨ, ਤੁਹਾਡਾ ਸਮਝੋ ਕਿ ਤੁਹਾਡੀ ਕਿਸਮਤ 'ਚ ਨੁਕਸਾਨ ਉੱਥੇ ਹੀ ਲਿਖਿਆ ਗਿਆ। ਦੂਜੇ ਨੰਬਰ 'ਤੇ ਆ ਜਾਂਦਾ ਜੀ ਕਿਹੜੀ ਬੱਕਰੀ ਹੈ, ਤੀਸਰੇ ਨੰਬਰ 'ਤੇ ਆ ਜਾਂਦਾ ਉਹ ਕਿਹੜੀ ਬੱਕਰੀ ਹੈ ਜਿਹੜੀ ਗੋਟ ਫਾਰਮਿੰਗ ਦੇ ਵਿੱਚ ਕਾਮਯਾਬ ਹੈ। ਕਿਆ ਉਹ ਪਿਓਰ ਬੀਤਲ ਅੰਮ੍ਰਿਤਸਰੀ ਜਿਹੜੀ ਨਸਲ ਅੱਜ ਕੱਲ੍ਹ ਕਿਹਾ ਜਾਂਦਾ, ਜਿਹੜੇ ਜਾਨਵਰ ਮੇਰੇ ਕੋਲ ਵੀ ਤੁਹਾਨੂੰ ਮਾੜੇ ਮੋਟੇ ਨਜ਼ਰ ਆ ਰਹੇ ਨੇ, ਇਹ ਉਹ ਬੱਕਰੀਆਂ ਨੇ ਜਿਨ੍ਹਾਂ ਨੂੰ ਤੁਸੀਂ ਕਾਰੋਬਾਰ ਦੇ ਨਾਲ ਚਲਾਓਗੇ ਤਾਂ ਤੁਹਾਨੂੰ ਬਹੁਤ ਫਾਇਦਾ ਮਿਲੇਗਾ, ਜਾਂ ਦੋਗਲੀ ਬੱਕਰੀ। ਮੇਰੀ ਨਜ਼ਰ ਦੇ ਵਿੱਚ ਦੋਗਲੀ ਬੱਕਰੀ ਜਿਹੜੀ ਹੈ ਜਿਹਦੀ ਮਾਰਕੀਟ ਵੈਲਿਊ 70,000, 75,000, 65,000 ਇਸ ਤੋਂ ਉੱਤੇ ਨਹੀਂ ਹੈ, ਉਹ ਬੱਕਰੀ ਬੈਸਟ ਹੈ ਕਾਰੋਬਾਰ ਵਾਸਤੇ। ਠੀਕ ਹੈ, ਅਗਰ ਫਰਜ਼ ਕਰੋ ਤੁਸੀਂ 70,000 ਦੀ ਬੱਕਰੀ ਲੈਂਦੇ ਹੋ, ਉਹ ਤੁਹਾਨੂੰ ਇਨਸ਼ਾ ਤਾਲਾ ਸਾਲ ਦੇ ਵਿੱਚ 14 ਮਹੀਨਿਆਂ ਦੇ ਵਿੱਚ 2 ਸੂਏ ਦੇਗੀ। ਜਦੋਂ 14 ਮਹੀਨਿਆਂ 'ਚ 2 ਸੂਏ ਦੇਗੀ ਅਤੇ 2 ਬੱਚੇ ਵੀ ਦੇਗੀ ਨਾ, ਫਰਜ਼ ਕਰੋ 4 ਬੱਚੇ ਨੇ, ਇੱਕ ਤੁਹਾਡਾ ਮਰ ਵੀ ਜਾਂਦਾ ਅਤੇ 3 ਬੱਚੇ ਤੁਸੀਂ ਆਪੇ ਸਿਰਫ ਦੇ ਕੇ ਵੇਖ ਲੈਣਾ ਤੁਹਾਨੂੰ ਕਿੰਨਾ ਫਾਇਦਾ ਦਿੰਦੇ ਨੇ। ਅਤੇ ਜਿਹੜੀਆਂ ਬੱਕਰੀਆਂ ਤੁਹਾਨੂੰ ਮੇਰੀ ਵੀਡੀਓ ਦੇ ਵਿੱਚ ਨਜ਼ਰ ਆ ਰਹੀਆਂ ਨੇ ਨਾ, ਇਹ ਤਾਂ ਅੱਲਾ ਦੇ ਬੰਦੇ ਸ਼ੁਰੂ ਹੀ ਜਾ ਕੇ 1.5 ਲੱਖ ਤੋਂ ਉੱਤੇ ਹੁੰਦੀਆਂ ਨੇ। ਠੀਕ ਹੈ, ਇਹ ਤਾਂ ਸ਼ੁਰੂ ਹੀ 1.5 ਲੱਖ ਤੋਂ ਉੱਤੇ ਹੁੰਦੀਆਂ ਨੇ ਅਤੇ 1.5 ਲੱਖ ਦੇ ਵਿੱਚ ਵੀ ਸਾਲ 15 ਮਹੀਨੇ 'ਚ ਇਹਨਾਂ ਨੇ ਸੂਆ ਵੀ ਇੱਕ ਹੀ ਦੇਣਾ ਹੁੰਦਾ। ਤਾਂ ਕਿਵੇਂ ਤੁਸੀਂ ਇਹਨਾਂ ਕੋਲੋਂ ਪੈਸੇ ਪੂਰੇ ਕਰ ਸਕਦੇ ਹੋ। ਲਿਹਾਜ਼ਾ ਗੋਟ ਫਾਰਮਿੰਗ ਐਜ਼ ਏ ਬਿਜ਼ਨਸ ਸਟਾਰਟ ਕਰਨਾ ਹੈ ਅਤੇ ਉਹਦੇ ਵਾਸਤੇ ਸਭ ਤੋਂ ਬਿਹਤਰੀਨ ਬੱਕਰੀ ਹੈ ਦੋਗਲੀ। ਚੌਥੇ ਨੰਬਰ 'ਤੇ ਆ ਜਾਂਦਾ ਹੈ ਕਿ ਗੋਟ ਫਾਰਮਿੰਗ ਦੀ ਜਿਹੜੀ ਅਸਲ ਕਮਾਈ ਹੈ ਨਾ, ਉਹ ਕਿਹੜੇ ਬੰਦੇ ਕਰ ਰਹੇ ਨੇ। ਗੋਟ ਫਾਰਮਿੰਗ ਦੇ ਵਿੱਚ ਮੇਰੀ ਜਾਨ ਅਸਲ ਕਮਾਈ ਉਹ ਬੰਦੇ ਕਰ ਰਹੇ ਨੇ ਜਿਹੜੇ ਵੰਡੇ ਵੇਚ ਰਹੇ ਨੇ। ਅੱਗੇ 4 ਬੱਕਰੀਆਂ ਵਹਾ ਦਿੱਤੀਆਂ, ਪਿੱਛੇ ਆਪਣਾ TMR ਵੇਚ ਲਿਆ, ਪਿੱਛੇ ਆਪਣਾ ਲੂਸਨ ਵੇਖ ਲਿਆ, ਅਸਲ ਕਮਾਈਆਂ ਉਹ ਕਰਦੇ ਪਏ ਨੇ। ਲੋਕਾਂ ਨੂੰ ਬੱਕਰੀਆਂ ਵਹਾ ਕੇ ਅੱਜ ਵੇਖ ਲਓ ਅਸੀਂ ਗੋਟ ਫਾਰਮਿੰਗ ਕਰਨੇ ਪਏ ਹਾਂ, ਆਹ ਸਾਡੀ ਕਾਰ ਹੈ, ਆਹ ਸਾਡੀ ਫੈਕਟਰੀ ਹੈ, ਆਹ ਸਾਡੀ ਕੋਠੀ ਆ, ਸਾਡਾ ਫਲਾਣ ਆ, ਸਾਡਾ ਮਕਾਨ ਹੈ,
ਆਹ ਬੱਕਰੀ ਅਸਾਂ 5 ਲੱਖ ਦੀ ਲਈ ਸੀ, ਇਹ ਫਲਾਣੀ ਬੱਕਰੀ ਦੀ ਮਾਂ ਸੀ, ਇਹ ਫਲਾਣੀ ਬੱਕਰੀ ਦੀ ਭੈਣ ਸੀ, ਤੇ ਫਲਾਣੀ ਬੱਕਰੀ ਦੀ ਧੀ ਸੀ, ਇਹ ਸਾਡੀ ਇੰਨੇ ਲੱਖ ਦੀ, ਤੇ ਇਹ ਸਾਰਾ ਕੁਝ ਇਸ ਬੱਕਰੀ ਤੋਂ ਬਣਾਇਆ। ਹਕੀਕਤ ਇਹ ਨਹੀਂ ਹੁੰਦੀ। ਹਕੀਕਤ ਇਹ ਹੁੰਦੀ ਹੈ ਜਿਹੜਾ ਆਪਣਾ ਵੰਡਾ ਵੇਚਿਆ ਜਾਂਦਾ 5000 ਰੁਪਏ ਦਾ ਮਣ, ਜਿਹੜਾ ਆਪਣਾ ਲੂਸਨ ਵੇਚਿਆ ਜਾਂਦਾ 5000 ਰੁਪਏ ਦਾ ਮਣ। ਅਸਲ ਕਮਾਈ ਗੋਟ ਫਾਰਮਿੰਗ ਵਿੱਚ ਉਹ ਬੰਦੇ ਕਰ ਰਹੇ ਨੇ। ਗੋਟ ਫਾਰਮਰ ਆ ਕੇ ਫਿਰ ਉਹ ਸਾਈਕਲ ਤੇ ਸਾਈਕਲ ਜੋਗਾ ਹੀ ਰਹਿ ਜਾਂਦਾ, ਤੇ ਉਹਨਾਂ ਨੂੰ ਵੇਖ ਕੇ ਕਈ ਬੰਦਿਆਂ ਕੋਲ ਜਿਹੜੀ ਕੋਈ ਜਮ੍ਹਾਂ ਪੂੰਜੀ ਹੁੰਦੀ ਉਹ ਲਾ ਦਿੰਦੇ ਨੇ, ਲੇਕਿਨ ਉਹ ਅਸਲ ਜਿਹੜੀ ਉਹਨਾਂ ਨੂੰ ਚੀਜ਼ ਉਹ ਨਹੀਂ ਮੰਨਦੇ ਕਿ 4 ਬੱਕਰੀਆਂ ਵਾ ਕੇ ਅਸੀਂ ਵੇਚਨੇ, ਆਪਣੇ ਵੰਡੇ ਦੇ ਤੋੜੇ ਪਏ ਆ। ਠੀਕ ਹੈ, ਅਸਲ ਕਮਾਈ ਕਰਦੇ ਨੇ ਉਹ। 5ਵੇਂ ਨੰਬਰ 'ਤੇ ਆ ਜਾਂਦਾ ਜੀ ਬੰਦਾ ਨਾਕਾਮ ਫਾਰਮਰ ਮਾਰਕੀਟ 'ਚੋਂ ਕਿਵੇਂ ਨਿਕਲ ਜਾਂਦਾ। ਭਾਈ ਜੀ ਨਾਕਾਮ ਫਾਰਮਰ ਮਾਰਕੀਟ 'ਚੋਂ ਉਸ ਟਾਈਮ ਨਿਕਲ ਜਾਂਦਾ ਜਦੋਂ ਉਹ ਵੜ ਜਾਂਦਾ ਹੈ ਸ਼ੌਕੀਨ ਫਾਰਮਿੰਗ ਦੇ ਵਿੱਚ। ਸ਼ੌਕੀਨ ਫਾਰਮਿੰਗ ਦੇ ਵਿੱਚ ਵੜ ਜਾਂਦਾ। ਵੇਖੋ ਜੀ, ਮੈਂ ਤੁਹਾਡੇ ਨਾਲ ਸਿੱਧੀ ਗੱਲ ਕਰਾਂਗਾ, ਤੁਹਾਡੀ ਗੋਟ ਫਾਰਮਿੰਗ ਉਦੋਂ ਕਾਮਯਾਬ ਹੈ, ਮੈਂ ਉੱਪਰ ਵੀ ਦੁਬਾਰਾ ਵੀ ਪਹਿਲੇ ਗੱਲ ਕਰ ਚੁੱਕਿਆ ਵਾਂ, ਗੋਟ ਫਾਰਮਿੰਗ ਉਦੋਂ ਕਾਮਯਾਬ ਹੈ ਜਦੋਂ ਤੁਸੀਂ ਗੋਟ ਫਾਰਮਿੰਗ ਦੇ ਵਿੱਚ ਮੰਡੀ ਆਪਣੀ ਬੱਕਰੀ ਲੈ ਕੇ ਆਓ ਤਾਂ ਮੰਡੀ ਤੁਸੀਂ ਪ੍ਰੋਫਿਟ ਨਾਲ ਵੇਚ ਕੇ ਆਓ। ਜਿਹੜੀ ਬੱਕਰੀ ਤੁਹਾਡੀ ਫਰਜ਼ ਕਰੋ, ਤੁਹਾਨੂੰ ਤੁਸੀਂ ਇਹ ਵੇਖੋ ਕਿ ਬੱਕਰੀ ਫਾਰਮਿੰਗ ਦੇ ਵਿੱਚ 95% ਤੋਂ 90% ਲੋਕਾਂ ਦੀ ਸੋਚ ਕੀ ਹੈ। 90% ਤੋਂ 95% ਲੋਕਾਂ ਦੀ ਸੋਚ ਇਹ ਵੇ ਕਿ ਯਾਰ ਬੱਕਰੀ ਜਿਹੜੀ ਹੈ 70-75 ਹਜ਼ਾਰ ਦੀ, 65 ਹਜ਼ਾਰ ਦੀ, ਇਸ ਤੋਂ ਉੱਤੇ ਬੰਦੇ ਜਾਂਦੇ ਹੀ ਨਹੀਂ ਹੈ। ਠੀਕ ਹੈ, 5% ਰਹਿ ਜਾਂਦੇ ਨੇ 2 ਲੱਖ ਵਾਲੇ, 4 ਲੱਖ ਵਾਲੇ, 5 ਲੱਖ ਵਾਲੇ। 5% ਵੀ ਨਹੀਂ ਰਹਿੰਦੇ ਹੈ, 2 ਲੱਖ 4 ਲੱਖ ਵਾਲੇ ਜਿਹੜੇ ਨੇ ਨਾ ਉਹ ਵੀ ਕੋਈ 2% ਨੇ। ਪਿੱਛੇ ਆਈ ਜਾਂਦੇ ਨੇ ਜਿਹੜੇ 3%, ਉਹ ਵੀ ਕੋਈ ਲੱਖ 1.5 ਲੱਖ ਵਾਲੇ ਨੇ। ਠੀਕ ਹੈ, ਪਿੱਛੇ 2% ਜਿਹੜੇ ਬੰਦੇ ਨੇ ਨਾ ਉਹ ਸਿਰਫ ਹੁੰਦੇ ਨੇ ਤਕਰੀਬਨ ਕੋਈ 5 ਲੱਖ ਵਾਲੇ, ਕੋਈ 7 ਲੱਖ ਵਾਲੇ। ਤੇ ਜਦੋਂ ਅਸੀਂ 4 ਲੱਖ ਦੀ ਬੱਕਰੀ ਖਰੀਦ ਲੈਂਦੇ ਨੇ, ਤੇ ਫਿਰ ਸਾਡੀ ਮਾਰਕੀਟ ਰਹਿ ਜਾਂਦੀ 2% ਲੋਕਾਂ ਦੇ ਵਿੱਚ। ਤੇ ਜਦੋਂ ਸਾਡੀ ਮਾਰਕੀਟ ਰਹਿ ਜਾਂਦੀ ਹੈ 2% ਲੋਕਾਂ ਦੇ ਵਿੱਚ, ਤੇ ਉੱਤੇ ਵੇਖ ਲਓ ਤੁਸੀਂ ਵੇਚਣੀ ਕਿਨੂੰ। 2% ਲੋਕ ਲੱਭੋ ਜਾ ਕੇ, ਕੋਈ ਫੈਸਲਾਬਾਦ ਬੈਠਾ, ਕੋਈ ਮੁਲਤਾਨ ਬੈਠਾ, ਕੋਈ ਪਿੰਡੀ ਬੈਠਾ, ਕੋਈ ਸਿੰਧ 'ਚ ਬੈਠਾ, ਤੇ ਉਹਨਾਂ ਨੂੰ ਜਾ ਕੇ ਲੱਭੋ ਤੇ ਉਹਨਾਂ ਨੂੰ 4-4 ਲੱਖ ਦੀਆਂ ਦਿਓ। 95% ਮਾਰਕੀਟ ਤੁਸੀਂ ਆਪਣੀ ਉੱਥੇ ਹੀ ਖਰਾਬ ਕਰ ਲਈ ਜਦੋਂ ਤੁਸੀਂ 4 ਲੱਖ ਦੀ ਬੱਕਰੀ ਲੈ ਲਈਏ ਕਾਰੋਬਾਰ ਵਾਸਤੇ। ਮੈਂ ਫਿਰ ਗੱਲ ਕਰਨਾ ਪਿਆ ਮੈਂ ਕਾਰੋਬਾਰ ਵਾਸਤੇ। ਥੱਲੇ ਆ ਕੇ ਜਿਹੜੇ ਬੰਦੇ ਉਲਟੇ ਪੁਲਟੇ ਕਮੈਂਟ ਕਰਨਗੇ ਨਾ, ਉਹ ਪਹਿਲੇ ਮੇਰੀ ਗੱਲ ਸੁਣ ਲੈਣ ਕਿ ਮੈਂ ਕਾਰੋਬਾਰ ਬੱਕਰੀ ਫਾਰਮਿੰਗ ਦੀ ਗੱਲ ਕਰ ਰਿਹਾ, ਮੈਂ ਸ਼ੌਕ ਦੀ ਨਹੀਂ। ਸ਼ੌਕ ਦੀ ਨਜ਼ਰ ਨਾਲ ਤੇ ਮੇਰੇ ਜਾਨਵਰ ਜਿਹੜੇ ਤੁਹਾਨੂੰ ਵੀਡੀਓ 'ਚ ਨਜ਼ਰ ਆ ਰਹੇ ਨੇ, ਸ਼ੌਕ ਦੇ ਵਾਸਤੇ ਤੇ ਮੈਂ ਵੀ ਰੱਖੇ ਨੇ। ਠੀਕ ਹੈ, ਹੁਣ ਮੈਂ ਇਹ ਕਹਿ ਜਾਵਾਂ ਜੀ ਮੈਂ ਸ਼ੌਕ ਵਾਸਤੇ ਰੱਖੇ ਨੇ, ਤੇ ਮੈਂ ਇਹਨਾਂ ਦੇ ਵਿੱਚ ਬੜੀ ਕਮਾਈ ਕੀਤੀ ਹੈ, ਬੜੀ ਕਮਾਈ ਕੀਤੀ ਹੈ। ਮੈਨੂੰ 10 ਸਾਲ ਹੋ ਗਏ ਨੇ ਗੋਟ ਫਾਰਮਿੰਗ ਕਰਦੇ ਨੂੰ। 10 ਸਾਲਾਂ ਦੇ ਵਿੱਚ ਮੇਰੇ ਕੋਲ ਸਿਰਫ ਇਹ ਜਾਨਵਰ ਨੇ, ਤੇ 15-16 ਤੋਂ ਕਦੀ ਮੈਂ ਉੱਤੇ ਜਾਣ ਨਹੀਂ ਦਿੱਤੇ ਹੈ, ਕਿਉਂਕਿ ਮੇਲ ਜਿਹੜੇ ਨੇ ਅਸੀਂ ਸੇਲ ਕਰ ਦਿੰਦੇ ਹਾਂ, ਫੀਮੇਲਾਂ ਅਸੀਂ ਰੱਖ ਲੈਂਦੇ ਹਾਂ। ਤੇ ਫੀਮੇਲਾਂ ਸਾਨੂੰ 10 ਸਾਲਾਂ ਦੇ ਵਿੱਚ ਮੇਰੀਆਂ ਹੁਣ 5ਵੀਂ ਮੇਰੀ ਘਰ ਦੀ ਫੀਮੇਲ, ਤਕਰੀਬਨ 4 ਸਾਲਾਂ ਦੇ ਵਿੱਚ, ਪਿਛਲੇ 4 ਸਾਲਾਂ ਦੇ ਵਿੱਚ 5ਵੀਂ ਫੀਮੇਲ ਮੇਰੇ ਕੋਲ ਘਰ ਦੀ ਤਿਆਰ ਹੋਈ ਹੈ। 4 ਸਾਲਾਂ ਦੇ ਵਿੱਚ ਮੈਂ 4 ਫੀਮੇਲਾਂ ਤਿਆਰ ਕਰ ਸਕਿਆ ਵਾਂ ਬਸ। ਇਹ ਜੇ ਅਸਲ ਬੱਕਰੀਆਂ ਦੀ ਜਿਹੜੀ ਹਕੀਕਤ ਹੈ ਨਾ, ਜਿਹੜੇ ਦੋਸਤ ਪੁੱਛਦੇ ਸਨ, ਇਹ ਟੋਟਲ ਹਕੀਕਤ ਉਹਨਾਂ ਦੀ ਹੈ ਜੀ। 6ਵਾਂ ਨੰਬਰ ਆ ਜਾਂਦਾ ਜੀ ਬੱਕਰੀ ਦਾ ਰੇਟ ਕਿਸ ਤਰ੍ਹਾਂ ਵੱਧਦਾ। ਬੱਕਰੀ ਦਾ ਰੇਟ ਵੱਧਦਾ ਉਦੋਂ ਜਦੋਂ ਮੇਰਾ ਸਾਊਦੀ ਅਰਬ ਦਾ ਨੰਬਰ ਹੈ, ਤਾਂ ਮੈਂ ਸਾਊਦੀ ਅਰਬ ਤੋਂ ਕਰ ਰਿਹਾ ਵਾਂ। ਸਾਹੀਵਾਲ ਵਾਲੇ ਬੰਦੇ ਨੂੰ ਕਾਲ ਹੀ, ਫੈਸਲਾਬਾਦ ਵਾਲੇ ਬੰਦੇ ਨੂੰ ਕਾਲ ਹੀ, ਲਾਹੌਰ ਵਾਲੇ ਬੰਦੇ ਨੂੰ ਕਾਲ। ਉਹਨੇ ਵੇਖਣਾ ਲਓ ਜੀ ਬਾਹਰ ਦਾ ਨੰਬਰ ਹੈ, ਚੰਗੀ ਤਗੜੀ ਸਾਮੀ ਹੈ। ਉਹਨੇ ਬੱਕਰੀ ਦੀ ਵੀਡੀਓ ਕਰਨੀ ਹੈ, ਬੱਕਰੀ ਦੀ ਅਸਲ ਕੀਮਤ ਹੈ ਵੀਡੀਓ ਦੇ ਹਿਸਾਬ ਦੇ ਨਾਲ, ਮੰਡੀ ਦੇ ਹਿਸਾਬ ਦੇ ਨਾਲ 70,000। ਉਹਨੇ ਮੇਰੇ ਕੋਲੋਂ ਮੰਗ ਲੈਣਾ 5 ਲੱਖ। ਜਦੋਂ ਉਹਨੇ ਮੇਰੇ ਕੋਲੋਂ 5 ਲੱਖ ਮੰਨ ਲੈਣਾ, ਮੈਂ ਬੇਵਕੂਫ ਨਾਲ ਵੀਡੀਓ 'ਤੇ ਹੀ ਉਹਦੇ ਨਾਲ ਰੇਟ ਕਰਾ ਕੇ ਇਹ ਉਹ ਬੜਾ ਯੂਰ ਲਾ ਕੇ ਕਿੰਨੇ ਦੀ ਉਹਦੀ ਉਹ 5 ਲੱਖ ਦੀ ਬੱਕਰੀ ਜੇ ਉਹਦੀ 1.5 ਲੱਖ ਦੀ ਵਿਕ ਜਾਵੇ, ਤਾਂ 1,70,000 ਦੀ ਬੱਕਰੀ ਦਾ ਮੁੱਲ ਉੱਥੇ ਹੀ ਵੱਧ ਗਿਆ। ਇੰਜ ਬੱਕਰੀਆਂ ਦੇ ਰੇਟ ਵੱਧਦੇ ਨੇ। ਉਹ ਰੇਟ ਹੀ ਬੰਦੇ ਕੋਲੋਂ ਬਾਹਰ ਦੇ ਨੰਬਰ ਵੇਖ ਕੇ ਇੰਨਾ ਕੁ ਮੰਗ ਲੈਂਦੇ ਨੇ ਕਿ ਉਹ ਸਮਝੋ ਬਾਹਰ ਹੋ ਜਾਂਦਾ। ਉੱਥੇ ਬੰਦੇ ਦਾ ਰੇਟਾਂ ਦਾ ਬੇੜਾ ਗਰਕ ਹੋ ਜਾਂਦਾ। ਤੇ ਠੀਕ ਹੈ, ਇਹ ਮੇਨ ਜਿਹੜੇ ਰੇਟ ਵਧਾਏ ਜਾਂਦੇ ਨੇ, ਜਿਹੜੇ ਓਵਰਸੀਜ਼ ਪਾਕਿਸਤਾਨੀ ਸਾਡੇ ਇੱਥੇ ਬਹਿ ਕੇ ਗੋਟ ਫਾਰਮਿੰਗ ਕਰਨਾ ਚਾਹੁੰਦੇ ਨੇ ਨਾ, ਮੈਂ ਉਹਨਾਂ ਦੀ ਵੀ ਅਗਲੀ ਟੌਪਿਕ 'ਚ ਜਾ ਕੇ ਇਸੇ ਹੀ ਵੀਡੀਓ 'ਚ ਉਹ ਵੀ ਦੱਸ ਦਿਆਂਗਾ ਕਿ ਕਿਵੇਂ ਕਾਮਯਾਬੀ ਹੁੰਦੀ ਤੇ ਕਿਵੇਂ ਨਹੀਂ ਹੁੰਦੀ ਹੈ, ਲੇਕਿਨ ਰੇਟ ਵਧਾਉਂਦੇ ਨੇ ਉਹ। 7ਵੇਂ ਨੰਬਰ 'ਤੇ ਆ ਜਾਂਦਾ ਹੈ ਜੀ ਸ਼ੌਕ ਤੇ ਕਾਰੋਬਾਰ। ਕਦੀ ਵੀ ਸ਼ੌਕ ਤੇ ਕਾਰੋਬਾਰ ਇੱਕ ਨਹੀਂ ਹੋ ਸਕਦਾ। ਇਹ ਮੇਰੇ ਸ਼ੌਕ ਵਾਲੇ ਜਾਨਵਰ ਨੇ, ਇਹ ਮੈਂ ਆਪਣੇ ਸ਼ੌਕ ਨਾਲ ਹੀ ਰੱਖੇ ਨੇ। ਮੈਂ ਇਹ ਉਹਨਾਂ ਨੂੰ ਹੀ ਸੇਲ ਕਰਨੇ ਨੇ ਜਿਨ੍ਹਾਂ ਨੇ ਅੱਗੇ ਸ਼ੌਕ ਵਾਸਤੇ ਰੱਖਣੇ ਨੇ, ਨਾ ਮੇਰੇ ਕੋਲ ਇਹ ਉਹਨਾਂ ਲੋਕਾਂ ਨੇ ਲੈਣੇ ਨੇ ਜਿਨ੍ਹਾਂ ਨੇ ਗੋਟ ਫਾਰਮਿੰਗ ਕਰਨੀ ਹੈ, ਕਿਉਂਕਿ ਜਿੰਨੇ ਤੇ ਮੈਂ ਲਏ ਨੇ ਮੈਂ ਉਸ ਤੋਂ ਘੱਟ ਤੇ ਸੇਲ ਨਹੀਂ ਕਰਨੇ। ਠੀਕ ਹੈ, ਤੇ ਉਹਨਾਂ ਨੇ ਉਹਨੇ ਤੇ ਲੈਣੇ ਨਹੀਂ ਹੈ। ਇਹ ਸਿਰਫ ਸ਼ੌਕ ਤੇ ਵੀ ਮਤਲਬ ਤਬਾਦਲਾ ਹੋਣਾ ਹੈ। ਇਹ ਗੋਟ ਫਾਰਮਿੰਗ ਬਿਜ਼ਨਸ ਪਾਰਟ ਲੋ ਕੋਈ ਤਬਾਦਲਾ ਦਾ ਕੋਈ ਨਹੀਂ ਹੋਣਾ ਹੈ, ਲਿਹਾਜ਼ਾ ਇਹ ਸ਼ੌਕ ਫਾਰਮਿੰਗ ਹੈ, ਗੋਟ ਫਾਰਮਿੰਗ ਕੋਈ ਨਹੀਂ ਹੈ। 8ਵੇਂ ਨੰਬਰ 'ਤੇ ਲਾਸਟ ਗੱਲ ਆ ਜਾਂਦੀ, ਜਿਹੜੇ ਓਵਰਸੀਜ਼ ਪਾਕਿਸਤਾਨੀ ਬਾਹਰ ਬਹਿ ਕੇ ਕਹਿੰਦੇ ਨੇ ਕਿ ਜੀ ਲੇਬਰ ਰੱਖ ਕੇ ਬੱਕਰੀ ਫਾਰਮਿੰਗ ਕਾਮਯਾਬ ਕਰ ਲਾਂਗੇ। ਬਿਲਕੁਲ ਝੂਠ ਜੇ। ਲੇਬਰ ਵੱਲੋਂ ਸਾਰੀਆਂ ਮਰ ਜਾਣ, ਲੇਬਰ ਵੱਲੋਂ ਸਾਰੀਆਂ ਸੋਈਆਂ ਨੂੰ ਉਹਨੂੰ ਕੋਈ ਤਕਲੀਫ ਨਹੀਂ ਜੇ ਹੈ, ਤੇ ਲੇਬਰ ਲੂਬਰ ਨੇ ਕੋਈ ਨਹੀਂ ਜੇ ਬੱਕਰੀਆਂ ਤੁਹਾਡੀਆਂ ਸੰਭਾਲਣੀਆਂ। ਗੋਟ ਫਾਰਮਿੰਗ ਸਿਰਫ ਔਰ ਸਿਰਫ ਉਦੋਂ ਹੀ ਕਾਮਯਾਬ ਹੈ ਜਦੋਂ ਤੁਸੀਂ ਬੱਕਰੀਆਂ ਆਪ ਉੱਤੇ ਬਹਿ ਕੇ ਸਾਂਭਣੀਆਂ ਨੇ, ਜਾਂ ਜਦੋਂ ਤੁਸੀਂ ਉਹਨਾਂ ਨੂੰ ਦਿਹਾੜੀ ਦੇ ਵਿੱਚ 12 ਘੰਟਿਆਂ ਦੇ ਵਿੱਚੋਂ ਕਮ ਅਜ਼ ਕਮ ਉਹਨਾਂ ਨੂੰ ਕੋਈ 6 ਘੰਟੇ 5 ਘੰਟੇ ਦੇਣੇ ਨੇ, ਉਦੋਂ ਕਾਮਯਾਬ ਹੋਣੇ ਨੇ। ਲੇਬਰ ਜਿਹੜੀ ਹੈ ਉਹਨੇ ਨਹੀਂ ਗੌਰ ਕਰਨੀ ਬੱਕਰੀ ਸੂ ਰਹੀ ਹੈ, ਬੱਕਰੀ ਬਿਮਾਰ ਹੈ, ਬੱਕਰੀ ਇਹ ਵੇ, ਬੱਕਰੀ ਉਹ ਵੇ, ਜਾਂ ਉਹ ਲੇਬਰ ਮਤਲਬ ਕਿ ਜਿਹੜੇ ਤੁਹਾਡੇ ਭਰਾ ਨੇ ਜਾਂ ਜਿਹੜੇ ਤੁਹਾਡੇ ਬਿਜ਼ਨਸ ਦੇ ਵਿੱਚ ਸਮਝ ਲਓ ਕਿ ਸ਼ਰਾਕਤਦਾਰ ਨੇ,
ਉਹ ਅਗਰ ਤੁਹਾਡੀ ਬੱਕਰੀ ਸੰਭਾਲਣਗੇ ਤੇ ਉਹਨੂੰ ਪਤਾ ਹੈਗਾ ਜੀ ਇਹ ਅਗਰ ਮਰਨੀ ਹੈ ਤੇ ਉਹਨਾਂ ਨੁਕਸਾਨ ਮੈਨੂੰ ਹੋਣਾ ਤੇ ਉਹਨਾਂ ਕੋ ਬਾਹਰ ਬੈਠੇ ਨੂੰ ਵੀ ਹੋਣਾ, ਫਿਰ ਤੁਸੀਂ ਕਾਮਯਾਬ ਹੋ ਸਕਦੇ ਹੋ ਮਾੜਾ ਮੋਟਾ। ਲੇਕਿਨ ਲੇਬਰ ਰੱਖ ਕੇ ਬੱਕਰੀ ਫਾਰਮਿੰਗ 'ਚ ਕਾਮਯਾਬ ਨਹੀਂ ਹੋਇਆ ਜਾ ਸਕਦਾ। ਤੇ ਉਮੀਦ ਕਰਨਾ ਵਾ ਇਸ ਵੀਡੀਓ ਤੋਂ ਮੇਰੇ ਜਿੰਨੇ ਵੀ ਸਾਰੇ ਦੋਸਤ ਭਰਾ ਨੇ ਉਹਨਾਂ ਨੂੰ ਜਿਹੜੀ ਮਾਲੂਮਾਤ ਚਾਹੀਦੀਆਂ ਸਨ ਉਹ ਮੈਂ ਦੇ ਸਕਿਆ ਹੋਵਾਂਗਾ। ਅਗਰ ਨਾ ਦੇ ਸਕਿਆ ਹੋਵਾਂਗਾ ਤੇ ਉਹਦੇ ਲਈ ਮਾਜ਼ਰਤ। ਤੇ ਅਗਰ ਵੀਡੀਓ ਅੱਛੀ ਲੱਗੀ ਹੋਏ ਤੇ ਵੀਡੀਓ ਨੂੰ ਲਾਈਕ ਕਰ ਦੇਣਾ, ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੇ ਵੀਡੀਓ ਨੂੰ ਸ਼ੇਅਰ ਕਰ ਦੇਣਾ। ਤੇ ਉਮੀਦ ਕਰਨਾ ਮੇਰੇ ਦੋਸਤਾਂ ਦੇ ਜਿੰਨੇ ਵੀ ਸਵਾਲ ਜਵਾਬ ਹੈ ਸਨ ਉਹਨਾਂ ਦੇ ਸਾਰੇ ਜਵਾਬ ਮੈਂ ਆਪਣੀ ਤਰਫੋਂ ਹਕੀਕਤ ਖੋਲ ਕੇ ਸਾਹਮਣੇ ਰੱਖ ਦਿੱਤੀ ਹੈ। ਬਾਕੀ ਅਗਰ ਕੋਈ ਕਮੀ ਪੇਸ਼ੀ ਰਹਿ ਗਈ ਹੋਏ ਤਾਂ ਉਹਦੇ ਵਾਸਤੇ ਮਾਜ਼ਰਤ। ਇਜਾਜ਼ਤ ਦਿਓ ਆਪਣੇ ਵੀਰ ਨੂੰ। ਇਨਸ਼ਾਅੱਲਾ ਤਾਲਾ ਦੁਬਾਰਾ ਇੱਕ ਹੋਰ ਵੀਡੀਓ ਲੈ ਕੇ ਤੁਹਾਡੀ ਖਿਦਮਤ ਵਿੱਚ ਹਾਜ਼ਰ ਹੋਵਾਂਗੇ ਇਨਸ਼ਾਅੱਲਾ ਤਾਲਾ ਨਏ ਟੌਪਿਕ ਤੇ। ਅਗਰ ਕੋਈ ਵੀਡੀਓ ਦੇ ਵਿੱਚ ਕੋਈ ਗੱਲ ਬੁਰੀ ਲੱਗੀ ਹੋਈ ਕਿਸੇ ਨੂੰ ਤਾਂ ਉਹਦੇ ਵਾਸਤੇ ਮਾਜ਼ਰਤ। ਅੱਲਾ ਹਾਫਿਜ਼।